ਪਿਆਰੇ ਬੱਚਿਓ, 9ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਅੱਜ ਪਾਠ ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ ਇਹਦੇ ਵਿੱਚੋਂ ਇੱਕ ਟੌਪਿਕ ਲਿਆ ਗਿਆ ਆ। ਪਾਠ 11ਵਾਂ ਆ। ਸੰਵਿਧਾਨ ਬਣਾਉਣ ਤੋਂ ਪਹਿਲਾਂ ਸੰਵਿਧਾਨ ਸਭਾ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਵੱਖ-ਵੱਖ ਐਕਟਾਂ ਦਾ ਅਧਿਐਨ ਕੀਤਾ ਜਿਹੜੇ ਬ੍ਰਿਟਿਸ਼ ਸਰਕਾਰ ਦੁਆਰਾ ਪਾਸ ਕੀਤੇ ਗਏ ਸਨ। ਇਸ ਅਧਿਐਨ ਨਾਲ ਸੰਵਿਧਾਨ ਰਚਨਹਾਰਿਆਂ ਨੇ ਇਹਨਾਂ ਸੰਵਿਧਾਨਾਂ ਦੀਆਂ ਚੰਗੀਆਂ ਗੱਲਾਂ ਚੁਣਨਯੋਗ ਬਣਾਈਆਂ। ਸੰਸਦੀ ਪ੍ਰਣਾਲੀ, ਕਾਨੂੰਨ ਪਾਸ ਕਰਨ ਦੀ ਵਿਧੀ, ਸੰਸਦ ਦੇ ਵਿਸ਼ੇਸ਼ ਅਧਿਕਾਰ, ਕਾਨੂੰਨ ਦਾ ਸ਼ਾਸਨ ਆਦਿ ਇੰਗਲੈਂਡ ਤੋਂ ਲਿਆ ਗਿਆ ਹੈ। ਮੌਲਿਕ ਅਧਿਕਾਰ, ਸੁਪਰੀਮ ਕੋਰਟ ਦੀ ਬਣਤਰ ਅਤੇ ਸ਼ਕਤੀਆਂ, ਨਿਆਇਕ ਪੁਨਰ ਨਿਰੀਖਣ ਆਦਿ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਹਨ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਆਇਰਲੈਂਡ ਤੋਂ ਲਿਆ ਗਿਆ ਹੈ। ਸੰਘੀ ਢਾਂਚਾ ਕੈਨੇਡਾ ਤੋਂ, ਸਮਵਰਤੀ ਸੂਚੀ ਆਸਟ੍ਰੇਲੀਆ ਤੋਂ ਲਈ ਗਈ ਹੈ। ਗਣਤੰਤਰ ਫਰਾਂਸ ਤੋਂ ਅਤੇ ਸੰਵਿਧਾਨ ਵਿੱਚ ਸੋਧ ਦੱਖਣੀ ਅਫਰੀਕਾ ਤੋਂ ਲਿਆ ਹੈ। ਸੰਵਿਧਾਨ ਦਾ ਮੂਲ ਢਾਂਚਾ ਬ੍ਰਿਟਿਸ਼ ਦੇ ਸੰਵਿਧਾਨ ਦੀ ਤਰਜ਼ 'ਤੇ ਤਿਆਰ ਕੀਤਾ ਗਿਆ ਹੈ। ਮੇਕਿੰਗ ਆਫ ਦਾ ਕੌਨਸਟੀਟਿਊਸ਼ਨ, ਜਦੋਂ ਸਾਡਾ ਸੰਵਿਧਾਨ ਬਣਿਆ ਉਹ ਕਿਸ ਤਰ੍ਹਾਂ ਬਣਿਆ ਉਹਦਾ ਇੱਕ ਪੈਟਰਨ ਦੱਸਿਆ ਗਿਆ ਇੱਥੇ। The Constituent Assembly 1946 to 49 completed the historic task of drafting the Constitution for independent India। 1946 ਤੋਂ ਲੈ ਕੇ 1949 ਤੱਕ ਸੰਵਿਧਾਨ ਨੂੰ ਬਣਾਉਣ ਦੀ ਪ੍ਰਕਿਰਿਆ ਚੱਲੀ ਆ। ਹਾਊ ਵਾਜ਼ ਇਟ ਡਨ, ਕਿਵੇਂ ਹੋਇਆ ਇਹ? ਫੋਟੋ ਦੇਖੋ ਬਣੀ ਹੋਈ ਹੈ ਡਾਕਟਰ BR ਅੰਬੇਡਕਰ ਦੀ, ਦ ਆਰਕੀਟੈਕਟ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ। ਇਹਨਾਂ ਨੂੰ ਸੰਵਿਧਾਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਜਿਹੜੇ ਉਸ ਵੇਲੇ ਪ੍ਰਧਾਨ ਸਨ। 11 ਸੈਸ਼ਨ ਹੋਏ ਆ, 165 ਦਿਨ ਲੱਗੇ ਆ ਜਿਹਦੇ ਵਿੱਚ ਡਿਸਕਸ਼ਨ ਹੋਇਆ, ਵਿਚਾਰ ਵਿਮਰਸ਼ ਹੋਇਆ ਸੰਵਿਧਾਨ ਦੇ ਬਾਰੇ, ਅਤੇ 299 ਮੈਂਬਰ ਇਨਵੋਲਵ ਸੀ। 299 ਵਿਅਕਤੀ ਸੀ ਜਿਨ੍ਹਾਂ ਨੇ ਮਿਲ ਕੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਇਆ। ਵਟ ਵਾਜ਼ ਇਨ ਇਟ, ਉਹਦੇ ਵਿੱਚ ਕੀ ਸੀ? ਲੌਂਗੈਸਟ ਰਿਟਨ ਕੌਨਸਟੀਟਿਊਸ਼ਨ ਇਨ ਦਾ ਵਰਲਡ, 395 ਆਰਟੀਕਲਸ ਇਨ 22 ਪਾਰਟਸ ਐਂਡ 12 ਸਕੈਡਿਊਲਸ। ਭਾਰਤ ਦਾ ਸੰਵਿਧਾਨ ਸਭ ਤੋਂ ਲੰਬਾ ਸੰਵਿਧਾਨ ਹੈ। 395 ਇਹਦੇ ਵਿੱਚ ਆਰਟੀਕਲ ਸੀ ਜਿਹਨੂੰ 22 ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ 12 ਸਕੈਡਿਊਲ ਵੀ ਸੀ ਇਹਦੇ ਵਿੱਚ। ਪ੍ਰੋਵਾਈਡ 6 ਫੰਡਾਮੈਂਟਲ ਰਾਈਟਸ ਟੂ ਸਿਟੀਜ਼ਨ, ਦੇਸ਼ ਵਾਸੀਆਂ ਨੂੰ 6 ਮੌਲਿਕ ਅਧਿਕਾਰ ਇਹਦੇ ਵਿੱਚ ਦਿੱਤੇ ਗਏ ਆ। ਹੈਜ਼ ਏ ਪ੍ਰੀਐਂਬਲ ਕੈਪਚਰਿੰਗ ਇਟਸ ਸਪਿਰਿਟ, ਜਿਹੜੀ ਇਹਦੀ ਪ੍ਰੀਐਂਬਲ ਆ ਯਾਨੀ ਪ੍ਰਸਤਾਵਨਾ ਆ ਉਹਦੇ ਵਿੱਚ ਸੰਵਿਧਾਨ ਦਾ ਸਾਰਾ ਨਿਚੋੜ ਦੱਸਿਆ ਗਿਆ ਆ। ਸੋ ਇਹ ਸੀ ਇੱਕ ਪੋਸਟਰ ਵੀ ਕਿਵੇਂ ਸੰਵਿਧਾਨ ਬਣਿਆ ਆ। ਅੱਗੇ ਬੱਚਿਓ ਕੁਐਸਚਨ ਆ, ਸੰਵਿਧਾਨ ਦਾ ਮੂਲ ਢਾਂਚਾ ਕਿਸ ਦੇਸ਼ ਦੇ ਸੰਵਿਧਾਨ ਦੀ ਤਰਜ਼ 'ਤੇ ਤਿਆਰ ਕੀਤਾ ਗਿਆ ਹੈ? ਅਮਰੀਕਾ, ਬ੍ਰਿਟਿਸ਼, ਫਰਾਂਸ, ਚੀਨ। ਤਾਂ ਬ੍ਰਿਟਿਸ਼ ਇਸ ਦਾ ਆਨਸਰ ਹੈ। ਸੰਦੀਪ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਸੀ। ਉਸ ਨੇ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਬਾਰੇ ਸੰਵਿਧਾਨ ਵਿੱਚ ਅੰਕਿਤ ਕਰਨ ਲਈ ਕਿਹੜੇ ਦੇਸ਼ ਦੇ ਸੰਵਿਧਾਨ ਦਾ ਅਧਿਐਨ ਕੀਤਾ ਹੋਊਗਾ? ਤਾਂ ਹੀ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਕਿੱਥੋਂ ਲਈਆਂ ਆ? ਸੰਯੁਕਤ ਰਾਜ ਅਮਰੀਕਾ ਤੋਂ। ਤਾਂ ਇਹ ਸਾਡੇ ਆਨਸਰ ਨੇ ਬ੍ਰਿਟਿਸ਼ ਤੇ ਸੰਯੁਕਤ ਰਾਜ ਅਮਰੀਕਾ। ਮੌਲਿਕ ਅਧਿਕਾਰ ਡੈਸ਼ ਦੇਸ਼ ਤੋਂ ਲਏ ਗਏ ਹਨ, ਉਹ ਵੀ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਹੈ। ਸੰਵਿਧਾਨ ਬਣਾਉਣ ਤੋਂ ਪਹਿਲਾਂ ਸੰਵਿਧਾਨ ਸਭਾ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਸਹੀ ਤੇ ਗਲਤ, ਆਹ 2 ਪ੍ਰਸ਼ਨ ਬੱਚਿਓ ਤੁਹਾਡੇ ਲਈ ਛੱਡੇ ਆ। ਇਹ ਤੁਸੀਂ ਦੋਵੇਂ ਸਟਾਰਟਿੰਗ ਦੇ ਵਿੱਚ ਜਿਹੜਾ ਪੈਰਾ ਆਇਆ ਉਹਨੂੰ ਪੜ੍ਹ ਕੇ ਉਹ 'ਚੋਂ ਲੱਭਣੇ ਆਨਸਰ। ਸੰਘੀ ਢਾਂਚਾ ਫਰਾਂਸ ਤੋਂ ਲਿਆ ਗਿਆ ਹੈ, ਸਹੀ ਹੈ ਕਿ ਗਲਤ? ਗਣਤੰਤਰ ਫਰਾਂਸ ਦੇ ਸੰਵਿਧਾਨ ਤੋਂ ਲਿਆ ਗਿਆ ਹੈ, ਇਹ ਵੀ ਸਹੀ ਹੈ ਕਿ ਗਲਤ? ਪਿਆਰੇ ਵਿਦਿਆਰਥੀਓ, ਹੇਠ ਲਿਖੇ ਪ੍ਰਸ਼ਨਾਂ ਨਾਲ ਸੰਬੰਧਿਤ ਪਾਠਾਂ ਦਾ ਅਧਿਐਨ ਅਸੀਂ ਕਰ ਚੁੱਕੇ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ 100 ਤੋਂ 125 ਸ਼ਬਦਾਂ ਵਿੱਚ ਆਪਣੀ ਨੋਟਬੁੱਕ
ਕਾਪੀ 'ਤੇ ਲਿਖਣੇ ਹਨ। 100 ਤੋਂ 125 ਦਾ ਮਤਲਬ ਹੈ ਵੀ ਇਹ 5 ਨੰਬਰ ਵਾਲੇ ਪ੍ਰਸ਼ਨ ਹਨ ਅਤੇ ਇਹ ਤੁਸੀਂ ਆਪਣੀ ਕਾਪੀ 'ਤੇ ਲਿਖਣੇ ਆ। ਇਹ ਪਾਠ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਰੋਜ਼ਾਨਾ ਅਸਾਈਨਮੈਂਟ ਦੇ ਵਿੱਚ, ਠੀਕ ਹੈ। ਤਾਂ 4 ਪ੍ਰਸ਼ਨ ਹੈ, ਇਹਨਾਂ ਨੂੰ ਅੱਗੇ ਆਪਾਂ ਡਿਟੇਲ 'ਚ ਕੀਤਾ ਹੈ, ਦੇਖਦੇ ਹਾਂ। ਪਹਿਲਾ ਪ੍ਰਸ਼ਨ ਹੈ, ਹਿਮਾਲਯ ਅਤੇ ਪ੍ਰਾਇਦੀਪੀ ਨਦੀਆਂ ਕਿਹੜੀਆਂ ਹਨ ਅਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਕੀ ਅੰਤਰ ਹੈ, ਲਿਖੋ। ਉੱਤਰ, ਹਿਮਾਲਿਆ ਦੀਆਂ ਨਦੀਆਂ ਕਿਹੜੀਆਂ, ਪਹਿਲਾਂ ਉਹਦੇ ਬਾਰੇ ਆ। ਇਹ ਉਹ ਨਦੀਆਂ ਹਨ ਜੋ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੀਆਂ ਹਨ ਅਤੇ ਸਾਰਾ ਸਾਲ ਪਾਣੀ ਇਹਨਾਂ 'ਚ ਵਹਿੰਦਾ ਰਹਿੰਦਾ ਹੈ। ਉਹਨਾਂ ਨੂੰ ਅਸੀਂ ਹਿਮਾਲਿਆ ਦੀਆਂ ਨਦੀਆਂ ਕਹਿੰਦੇ ਹਾਂ, ਜਿਹੜੀਆਂ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੀਆਂ, ਜਿਵੇਂ ਸਿੰਧ, ਗੰਗਾ, ਬ੍ਰਹਮਪੁੱਤਰ। ਅੱਗੇ ਪ੍ਰਾਇਦੀਪੀ ਨਦੀਆਂ ਆ, ਉਹ ਨਦੀਆਂ ਜਿਹੜੀਆਂ ਪ੍ਰਾਇਦੀਪੀ ਪਠਾਰੀਆਂ ਦੱਖਣੀ ਭਾਰਤ ਵਿੱਚ ਹੁੰਦੀਆਂ ਹਨ, ਉਹਨਾਂ ਨੂੰ ਪ੍ਰਾਇਦੀਪੀ ਨਦੀਆਂ ਕਿਹਾ ਜਾਂਦਾ ਹੈ। ਯਾਨੀ ਉਹ ਨਦੀਆਂ ਜੋ ਪ੍ਰਾਇਦੀਪੀ ਪਠਾਰਾਂ 'ਚੋਂ ਨਿਕਲਦੀਆਂ ਆ, ਉਹਨਾਂ ਨੂੰ ਅਸੀਂ ਪ੍ਰਾਇਦੀਪੀ ਨਦੀਆਂ ਕਹਿੰਦੇ ਹਾਂ। ਨਰਮਦਾ, ਤਾਪੀ, ਮਹਾਨਦੀ, ਕ੍ਰਿਸ਼ਨਾ ਅਤੇ ਕਾਵੇਰੀ, ਇਹ ਨਦੀਆਂ ਮੁੱਖ ਨਦੀਆਂ ਪ੍ਰਾਇਦੀਪੀ ਨਦੀਆਂ ਹਨ। ਅੱਗੇ ਆਪਾਂ ਇਹਨਾਂ ਦਾ ਅੰਤਰ ਦੇਖਾਂਗੇ ਬੱਚਿਓ। ਇੱਕ ਪਾਸੇ ਹਿਮਾਲਿਆ ਦੀ ਨਦੀਆਂ, ਇੱਕ ਪਾਸੇ ਪ੍ਰਾਇਦੀਪੀ ਨਦੀਆਂ। ਦੇਖੋ, ਪਹਿਲਾਂ ਹਿਮਾਲਿਆ ਦੀ ਨਦੀ ਦੀ ਗੱਲ ਕਰਾਂਗੇ, ਫਿਰ ਪ੍ਰਾਇਦੀਪੀ ਦੀ। ਹਿਮਾਲਿਆ ਦੀ ਨਦੀ ਇਹਦੀ ਲੰਬਾਈ ਬਹੁਤ ਜ਼ਿਆਦਾ ਹੈ, ਪ੍ਰਾਇਦੀਪੀ ਦੀ ਲੰਬਾਈ ਘੱਟ ਆ, ਜ਼ਿਆਦਾ ਨਹੀਂ ਹੈ। ਹਿਮਾਲਿਆ ਵਾਲੀਆਂ ਨਦੀਆਂ 12ਮਾਸੀ ਹਨ, 12ਮਾਸੀ ਮਤਲਬ ਸਾਰਾ ਸਾਲ ਵਗਦੀਆਂ, ਪਾਣੀ ਸਾਰਾ ਸਾਲ ਚੱਲਦਾ ਰਹਿੰਦਾ ਆ। ਅਤੇ ਪ੍ਰਾਇਦੀਪੀ ਨਦੀਆਂ ਸਿਰਫ ਮੌਸਮੀ ਆ, ਜਦੋਂ ਬਰਸਾਤਾਂ ਹੁੰਦੀਆਂ ਉਦੋਂ ਹੀ ਉਹ ਚੱਲਦੀਆਂ ਆ। ਤੀਸਰਾ ਪੁਆਇੰਟ ਆ, ਹਿਮਾਲਿਆ ਦੀਆਂ ਨਦੀਆਂ ਮਿੱਟੀ ਦੇ ਜਮ੍ਹਾਂ ਹੋਣ ਕਾਰਨ ਵੱਡੇ ਮੈਦਾਨ ਬਣਾਉਂਦੀਆਂ। ਉੱਤਰ ਦੇ ਵਿਸ਼ਾਲ ਮੈਦਾਨ ਜਿਹੜੇ ਸਾਰੇ ਹਿਮਾਲਿਆ ਦੀਆਂ ਨਦੀਆਂ ਨੇ ਬਣਾਏ ਆ। ਇਹ ਨਦੀਆਂ ਵੱਡੇ ਮੈਦਾਨ ਨਹੀਂ ਬਣਾਉਂਦੀਆਂ, ਸਿਰਫ ਨਦੀਆਂ ਦੇ ਮੁਹਾਨੇ ਉੱਤੇ ਸੰਕਰੇ ਮੈਦਾਨ ਬਣਾਉਂਦੀਆਂ ਹਨ। ਇਹ ਮੈਦਾਨ ਤਾਂ ਬਣਾਉਂਦੀਆਂ ਪਰ ਬਹੁਤ ਜ਼ਿਆਦਾ ਵੱਡਾ ਮੈਦਾਨ ਨਹੀਂ ਹੁੰਦਾ, ਛੋਟੇ ਮੈਦਾਨ ਬਣਾਉਂਦੀਆਂ। ਹਿਮਾਲਿਆ ਦੀਆਂ ਨਦੀਆਂ ਤੋਂ ਬਿਜਲੀ ਪੈਦਾ ਹੁੰਦੀ ਹੈ, ਸਿੰਚਾਈ ਲਈ ਸਾਰਾ ਸਾਲ ਪਾਣੀ ਪ੍ਰਾਪਤ ਹੁੰਦਾ ਹੈ। ਪ੍ਰਾਇਦੀਪੀ ਨਦੀਆਂ ਸਾਰਾ ਸਾਲ ਸਿੰਚਾਈ ਨਹੀਂ ਕਰ ਸਕਦੀਆਂ ਕਿਉਂਕਿ ਇਹ ਮੌਸਮੀ ਨਦੀਆਂ ਬਰਸਾਤਾਂ ਦੇ ਦੌਰਾਨ ਹੀ ਚੱਲਦੀਆਂ ਹਨ। ਹਿਮਾਲਿਆ ਦੀ ਨਦੀਆਂ 'ਚ ਆਵਾਜਾਈ ਲਈ ਉਪਯੋਗੀ ਨੇ। ਆਵਾਜਾਈ ਮਤਲਬ ਜਿਵੇਂ ਕਿਸ਼ਤੀ ਵਗੈਰਾ ਚਲਾਉਣ ਵਾਸਤੇ ਜਿਹੜੀਆਂ ਉਪਯੋਗੀ ਨਹੀਂ ਹਨ, ਕਿਉਂਕਿ ਇਹਨਾਂ ਦਾ ਜਿਹੜਾ ਪਹਾੜਾਂ ਤੋਂ ਚੱਲਦੀਆਂ ਹਨ, ਢਲਾਨ, ਉੱਚੀ ਨੀਵੀਂ ਥਾਂ ਹੈਗੀ, ਪੱਧਰਾ ਮੈਦਾਨ ਨਹੀਂ ਹੈਗਾ। ਪ੍ਰਾਇਦੀਪੀ ਨਦੀਆਂ ਜਿਹੜਾ ਇਹਨਾਂ ਦੇ ਜਿਹੜਾ ਹੈਗਾ ਤਲ ਜਿਹੜਾ ਬਹੁਤਾ ਉੱਚਾ ਨੀਵਾਂ ਨਹੀਂ ਹੈਗਾ, ਤਾਂ ਇਹਦੇ ਵਿੱਚ ਜਿਹੜੀ ਆਵਾਜਾਈ ਕੀਤੀ ਜਾ ਸਕਦੀ ਹੈ। ਹਿਮਾਲਿਆ ਦੀਆਂ ਨਦੀਆਂ ਜਵਾਨ ਅਵਸਥਾ ਵਿੱਚ ਹਨ। ਇਹ ਨਦੀਆਂ ਬਹੁਤ ਪੁਰਾਣੀਆਂ ਹਨ, ਇਸ ਕਰਕੇ ਬੁੱਢੀ ਅਵਸਥਾ ਵਿੱਚ। ਪ੍ਰਾਇਦੀਪੀ ਨਦੀਆਂ ਬੁੱਢੀ ਅਵਸਥਾ ਵਿੱਚ ਹਨ। ਹਿਮਾਲਿਆ ਦੀਆਂ ਨਦੀਆਂ ਦੇ ਜਲ ਤੰਤਰ ਕਾਫੀ ਵੱਡੇ ਹਨ, ਪ੍ਰਾਇਦੀਪੀ ਨਦੀਆਂ ਦੇ ਜਲ ਤੰਤਰ ਕਾਫੀ ਛੋਟੇ ਹਨ। ਸਿੰਧ, ਗੰਗਾ, ਬ੍ਰਹਮਪੁੱਤਰ ਇਹਦੀਆਂ ਉਦਾਹਰਨਾਂ ਹਨ। ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਇਹ ਪ੍ਰਾਇਦੀਪੀ ਦੇ ਉਦਾਹਰਨ। ਸੋ ਆਪਾਂ ਇਹਨਾਂ ਦੋਵਾਂ ਦਾ ਡਿਫਰੈਂਸ ਦੇਖ ਲਿਆ ਵੀ ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਨਦੀਆਂ ਵਿੱਚ ਕੀ ਫਰਕ ਹੈਗਾ। ਔਰ ਇਹ ਸਾਰੀਆਂ ਨਦੀਆਂ ਭਾਰਤ ਦੇ ਲਈ ਬਹੁਤ ਉਪਯੋਗੀ ਆ। ਅਗਲਾ ਪ੍ਰਸ਼ਨ ਹੈ, ਭਾਰਤ ਸਰਕਾਰ ਵੱਲੋਂ ਚਲਾਏ ਗਏ 3 ਗਰੀਬੀ ਹਟਾਓ ਪ੍ਰੋਗਰਾਮਾਂ ਨੂੰ ਸਪਸ਼ਟ ਕਰੋ। ਉੱਤਰ ਇਹਦਾ ਸ਼ੁਰੂ ਹੋ ਜਾਂਦਾ ਆ, ਭਾਰਤ ਸਰਕਾਰ 5 ਸਾਲਾ ਯੋਜਨਾਵਾਂ ਦੇ ਤਹਿਤ ਗਰੀਬੀ ਦੇ ਖਾਤਮੇ ਲਈ ਹੇਠ ਲਿਖੇ ਕਾਰਜਕ੍ਰਮ ਲਾਗੂ ਕਰ ਰਹੀ ਹੈ। ਗਰੀਬੀ ਨੂੰ ਦੂਰ ਕਰਨ ਲਈ 3 ਪ੍ਰੋਗਰਾਮਾਂ ਬਾਰੇ ਦੱਸਣਾ ਹੈ ਅਤੇ ਭਾਰਤ ਸਰਕਾਰ ਨੇ ਕਿਹੜੇ ਕੀਤੇ ਆ, ਹੇਠ ਲਿਖੇ। ਪਹਿਲਾ ਹੈਗਾ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ, ਮਗਨਰੇਗਾ ਵੀ ਕਹਿੰਦੇ ਆ। ਆਮ ਤੌਰ 'ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਗਰੀਬ ਲੋਕ ਜਿਹੜੇ ਹੈਗੇ ਉਹਨਾਂ ਨੂੰ ਇਹਦੇ ਅਧੀਨ 100 ਦਿਨ ਤੱਕ ਕੰਮ ਦਿੱਤਾ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਤੁਹਾਡੇ ਪਿੰਡ ਦੇ ਵਿੱਚ ਅਕਸਰ ਲੋਕ ਜਿਹੜੇ ਹੈਗੇ, ਕੋਈ ਸੜਕਾਂ ਦੇ ਕਿਨਾਰੇ ਘਾਹ ਸਾਫ਼ ਕਰ ਰਿਹਾ, ਕੋਈ ਕੁਛ ਨਾਲੀਆਂ ਦੀ ਸਫਾਈ ਕਰ ਰਿਹਾ, ਉਹ ਕੰਮ ਜਿਹੜਾ ਆ ਉਹ ਇਸੇ ਅਧੀਨ ਹੀ ਦਿੱਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਗਰੀਬੀ ਦੇ ਖਾਤਮੇ ਅਤੇ ਰੁਜ਼ਗਾਰ ਸਿਰਜਣ ਲਈ ਗ੍ਰਾਮੀਣ ਖੇਤਰ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਸਾਲ ਵਿੱਚ 100 ਦਿਨ ਦਾ ਰੁਜ਼ਗਾਰ ਪ੍ਰਦਾਨ ਕਰਦੀ ਹੈ। ਇਸ ਕਾਰਜਕ੍ਰਮ ਲਈ 33,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੂਸਰੀ ਯੋਜਨਾ ਹੈ ਰਾਸ਼ਟਰੀ ਗ੍ਰਾਮੀਣ ਜੀਵਿਕਾ ਮਿਸ਼ਨ NRLM। ਇਹ ਯੋਜਨਾ ਦਾ ਮੁੱਖ ਉਦੇਸ਼ 24-25 ਤੱਕ ਗ੍ਰਾਮੀਣ ਖੇਤਰਾਂ ਦੇ ਹਰੇਕ ਗਰੀਬ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੂੰ ਸਵੈ ਸਹਾਇਤਾ ਸਮੂਹ SHGs ਸੈਲਫ ਹੈਲਪਿੰਗ ਗਰੁੱਪਸ ਦਾ ਮੈਂਬਰ ਬਣਾਉਣਾ ਹੈ ਤਾਂ ਕਿ ਉਹ ਗਰੀਬੀ ਰੇਖਾ ਤੋਂ ਉੱਪਰ ਉੱਠ ਸਕਣ। ਇਸ ਮਿਸ਼ਨ ਨੇ 97,391 ਪਿੰਡਾਂ ਨੂੰ ਕਵਰ ਕਰਦੇ ਹੋਏ
20 ਲੱਖ ਸਵੈ ਸਹਾਇਤਾ ਸਮੂਹ ਬਣਾਏ ਹਨ, ਜਿਸ ਵਿੱਚੋਂ 3.8 ਲੱਖ ਨਵੇਂ SHGs ਹਨ। ਸਾਲ 2013-14 ਦੌਰਾਨ 22,121.18 ਕਰੋੜ ਰੁਪਏ ਦੀ ਬੈਂਕ ਸਾਖ ਇਨ੍ਹਾਂ SHG ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸਾਲ 14-15 ਵਿੱਚ NRM ਲਈ 3560 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਸੋ ਇੱਕ ਹੋਰ ਯੋਜਨਾ ਹੈਗੀ ਆ ਰਾਸ਼ਟਰੀ ਗ੍ਰਾਮੀਣ ਜੀਵਿਕਾ ਮਿਸ਼ਨ। ਇਹਦੇ ਅਧੀਨ ਜਿਹੜੇ ਗਰੀਬ ਲੋਕਾਂ ਨੂੰ ਇਕੱਠੇ ਕਰਕੇ ਸੈਲਫ ਹੈਲਪਿੰਗ ਗਰੁੱਪਸ ਬਣਾਏ ਆ, ਜਿਹੜੇ ਛੋਟੇ ਛੋਟੇ ਕੰਮਾਂ ਨੂੰ ਕਰਦੇ ਆ ਅਤੇ ਆਪਣੀ ਜੀਵਿਕਾ ਕਮਾਉਂਦੇ ਆ। ਤੀਸਰਾ ਕੰਮ ਹੈਗਾ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ NULM। ਸਤੰਬਰ 2013 ਵਿੱਚ ਸਵਰਨ ਜਯੰਤੀ ਸ਼ਹਿਰੀ ਰੋਜ਼ਗਾਰ ਯੋਜਨਾ SISRY ਨੂੰ ਬਦਲ ਕੇ ਇਸ ਦਾ ਨਾਂ NULM ਰੱਖਿਆ ਗਿਆ। ਇਸ ਦਾ ਮੁੱਖ ਉਦੇਸ਼ ਸ਼ਹਿਰੀ ਗਰੀਬ ਪਰਿਵਾਰਾਂ ਨੂੰ ਕੌਸ਼ਲ ਨਿਰਮਾਣ ਅਤੇ ਸਿਖਲਾਈ ਦੁਆਰਾ ਲਾਭਦਾਇਕ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਸ਼ਹਿਰੀ ਬੇਘਰ ਲੋਕਾਂ ਨੂੰ ਆਸਰਾ ਪ੍ਰਦਾਨ ਕਰਨਾ ਹੈ। ਸਾਲ 2013-14 ਵਿੱਚ NULM ਦੇ ਤਹਿਤ 720.43 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ। ਇਸ ਨਾਲ 6,83,542 ਲੋਕਾਂ ਨੂੰ ਕੌਸ਼ਲ ਸਿਖਲਾਈ ਦਿੱਤੀ ਹੈ ਅਤੇ 1,06,205 ਲੋਕਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ। ਇਹ ਸੀ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਜਿਹਦਾ ਮੋਸਟਲੀ ਸੰਬੰਧ ਸ਼ਹਿਰਾਂ ਦੇ ਨਾਲ ਹੈ। ਅਤੇ 3 ਤਰ੍ਹਾਂ ਦੇ ਸਰਕਾਰ ਨੇ ਗਰੀਬਾਂ ਨੂੰ ਗਰੀਬੀ ਦੂਰ ਕਰਨ ਵਾਸਤੇ ਕੰਮ ਕੀਤੇ ਹੈ। ਜੰਗਲਾਂ ਦੀ ਕਟਾਈ ਦੇ ਕੀ ਕਾਰਨ ਸਨ? ਵਰਣਨ ਕਰੋ। ਅੰਗਰੇਜ਼ਾਂ ਦੇ ਸਮੇਂ ਦੀ ਗੱਲ ਇਹਦੇ ਵਿੱਚ ਪ੍ਰਸ਼ਨ 'ਚ ਅਸਲ 'ਚ ਪ੍ਰਸ਼ਨ ਕਲੀਅਰ ਨਹੀਂ ਹੈਗਾ। ਪ੍ਰਸ਼ਨ ਇਹ ਹੈਗਾ ਵੀ ਜੰਗਲਾਂ ਦੀ ਕਟਾਈ ਜਦੋਂ ਅੰਗਰੇਜ਼ਾਂ ਨੇ ਭਾਰਤ 'ਤੇ ਕਬਜ਼ਾ ਕੀਤਾ ਅਤੇ ਜੰਗਲਾਂ ਦੀ ਕਿਉਂ ਕਟਾਈ ਉਹਨਾਂ ਨੇ ਸ਼ੁਰੂ ਕਰਾਈ, ਇਹਦੇ ਬਾਰੇ ਪ੍ਰਸ਼ਨ ਹੈ। ਉਦਯੋਗਿਕ ਕ੍ਰਾਂਤੀ ਨਾਲ ਕੱਚੇ ਮਾਲ ਅਤੇ ਖਾਦ ਪਦਾਰਥਾਂ ਦੀ ਮੰਗ ਵੱਧ ਗਈ। ਹੁਣ ਉਦਯੋਗਿਕ ਕ੍ਰਾਂਤੀ ਕਿਹੜੀ? ਇੰਗਲੈਂਡ 'ਚ ਆਈ ਸੀ ਉਦਯੋਗਿਕ ਕ੍ਰਾਂਤੀ। ਬਹੁਤ ਸਾਰੀਆਂ ਉਸ ਵੇਲੇ ਫੈਕਟਰੀਆਂ ਲੱਗੀਆਂ ਸੀ, ਬਹੁਤ ਸਾਰੇ ਉਦਯੋਗ ਲੱਗੇ ਸੀ, ਜਿਹਦੇ ਵਿੱਚ ਬਹੁਤ ਸਾਰਾ ਤਿਆਰ ਮਾਲ ਕੀਤਾ ਜਾਂਦਾ ਸੀ ਅਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਵੇਚਿਆ ਜਾਂਦਾ ਸੀ। ਉਦਯੋਗਿਕ ਕ੍ਰਾਂਤੀ ਨਾਲ ਕੱਚੇ ਮਾਲ ਅਤੇ ਖਾਦ ਪਦਾਰਥਾਂ ਦੀ ਮੰਗ ਵੱਧ ਗਈ। ਇਸ ਦੇ ਨਾਲ ਹੀ ਵਿਸ਼ਵ ਵਿੱਚ ਲੱਕੜੀ ਦੀ ਮੰਗ ਵੀ ਵੱਧ ਗਈ। ਜੰਗਲ ਦੀ ਕਟਾਈ ਹੋਣ ਲੱਗੀ। ਹੌਲੀ ਹੌਲੀ ਲੱਕੜੀ ਘੱਟ ਮਿਲਣ ਲੱਗੀ। ਇਸ ਨਾਲ ਜੰਗਲ ਨਿਵਾਸੀਆਂ ਦਾ ਜੀਵਨ ਅਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਯੂਰਪੀ ਦੇਸ਼ਾਂ ਦੀ ਅੱਖ ਭਾਰਤ ਸਹਿਤ ਉਹਨਾਂ ਦੇਸ਼ਾਂ 'ਤੇ ਟਿਕ ਗਈ ਜੋ ਵਨ ਸੰਪੱਤੀ ਅਤੇ ਹੋਰ ਕੁਦਰਤੀ ਸਾਧਨਾਂ ਨਾਲ ਸੰਪੰਨ ਸਨ। ਇਸੇ ਉਦੇਸ਼ ਦੀ ਪੂਰਤੀ ਲਈ ਡੱਚਾਂ, ਪੁਰਤਗਾਲੀਆਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ ਆਦਿ ਨੇ ਜੰਗਲਾਂ ਦੀ ਕਟਾਈ ਆਰੰਭ ਕਰ ਦਿੱਤੀ। ਸੰਖੇਪ ਵਿੱਚ ਬਸਤੀਵਾਦ ਦੇ ਅਧੀਨ ਜੰਗਲਾਂ ਦੀ ਕਟਾਈ ਦੇ ਜੋ ਕਾਰਨ ਸਨ ਉਹ ਅੱਗੇ ਹਨ। ਪਹਿਲਾ ਕਾਰਨ ਹੈ ਰੇਲਵੇ। ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ। ਸਲੀਪਰ ਸਮਝਦੇ ਹੋ ਬੱਚਿਓ? ਜਦੋਂ 2 ਰੇਲਵੇ ਲਾਈਨਾਂ ਜਿਹੜੀਆਂ ਹੁਣ ਤਾਂ ਚਲੋ ਅੱਜ ਕੱਲ੍ਹ ਲੋਹੇ ਦੇ ਜਾਂ ਕੰਕਰੀਟ ਦੇ ਆਉਂਦੇ ਆ, ਅਤੇ ਪਹਿਲੇ ਸਮੇਂ 'ਚ ਕੀ ਹੁੰਦਾ ਸੀ, ਲਾਈਨਾਂ ਨੂੰ ਵਿਛਾਉਣ ਦੇ ਲਈ ਲੱਕੜਾਂ ਦੇ ਫੱਟੇ ਮੋਟੇ ਮੋਟੇ ਥੱਲੇ ਉਹਦੇ ਲਾ ਕੇ ਅਤੇ ਉਹਦੇ ਵਿੱਚ ਜਿਹੜੇ ਨਟ ਕੱਸੇ ਜਾਂਦੇ ਸੀ ਤਾਂ ਕਿ ਰੇਲਵੇ ਦੇ ਜਿਹੜੇ ਟਰੈਕ ਹੈਗੇ, ਜਿਹੜੀ ਲਾਈਨ ਆ ਉਹ ਹਿੱਲੇ ਨਾ ਆਪਣੀ ਥਾਂ ਤੋਂ। ਤਾਂ ਉਹ ਸਾਰੇ ਰਸਤੇ ਵਿੱਚ ਲੱਕੜਾਂ ਦੇ ਥੱਲੇ ਜਿਹੜੇ ਆ ਉਹ ਸਲੀਪਰ ਲਾਏ, ਉਹਨੂੰ ਸਲੀਪਰ ਕਿਹਾ ਜਾਂਦਾ ਅਤੇ ਉਹ ਲੱਕੜ ਦੇ ਹੀ ਬਣਦੇ ਸੀ। ਇਸ ਦੇ ਇਲਾਵਾ ਭਾਫ ਇੰਜਨਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ। ਭਾਫ ਇੰਜਨ ਪਹਿਲਾਂ ਸਟੀਮ ਵਾਲੇ ਇੰਜਨ ਸੀਗੇ, ਉਹਦੇ ਵਿੱਚ ਕੋਲਾ ਪੈਂਦਾ ਸੀਗਾ ਜਾਂ ਲੱਕੜ ਨੂੰ ਬਾਲ ਕੇ ਕੋਲਾ ਤਿਆਰ ਕੀਤਾ ਜਾਂਦਾ ਸੀ, ਉਹਦੇ ਨਾਲ ਚੱਲਦੇ ਸੀ, ਕਿਉਂਕਿ ਬਿਜਲੀ ਵਾਲੇ ਅਤੇ ਡੀਜ਼ਲ ਵਾਲੇ ਉਸ ਵੇਲੇ ਨਹੀਂ ਸਨ। ਇਸ ਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਲਈ ਵੱਡੇ ਪੱਧਰ 'ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ। 1850 ਈਸਵੀ ਦੇ ਦਹਾਕੇ ਤੱਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਣ ਲੱਗੇ। ਇਸ ਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ। ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਸਨ। ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੇ ਪਾਸੇ ਦੇ ਜੰਗਲ ਤੇਜ਼ੀ ਨਾਲ ਖਤਮ ਹੋਣ ਲੱਗੇ। 1882 ਈਸਵੀ ਵਿੱਚ ਜਾਵਾਂ ਤੋਂ 2,80,000 ਸਲੀਪਰਾਂ ਦਾ ਆਯਾਤ ਕੀਤਾ ਗਿਆ। 2,80,000 ਸਲੀਪਰ 1882 ਵਿੱਚ ਭੇਜੇ ਗਏ। ਜਹਾਜ਼ ਨਿਰਮਾਣ। ਰੇਲਵੇ ਤੋਂ ਬਾਅਦ ਜਹਾਜ਼ ਨਿਰਮਾਣ ਦੀ ਗੱਲ ਹੈ। ਜਹਾਜ਼ ਕਿਹੜੇ? ਸਮੁੰਦਰੀ ਜਹਾਜ਼। ਬਸਤੀਵਾਦੀ ਸ਼ਾਸਕਾਂ ਨੂੰ ਆਪਣੀ ਸ਼ਕਤੀ ਵਧਾਉਣ ਲਈ ਜਹਾਜ਼ਾਂ ਦੀ ਲੋੜ ਸੀ। ਇਸ ਦੇ ਲਈ ਭਾਰੀ ਮਾਤਰਾ ਵਿੱਚ ਲੱਕੜੀ ਚਾਹੀਦੀ ਸੀ। ਇਸ ਲਈ ਮਜ਼ਬੂਤ ਲੱਕੜੀ ਪ੍ਰਾਪਤ ਕਰਨ ਲਈ ਟੀਕ ਅਤੇ ਸਾਲ ਦੇ ਰੁੱਖ ਲਗਾਏ ਜਾਣ ਲੱਗੇ।
ਹੋਰ ਸਾਰੇ ਤਰ੍ਹਾਂ ਦੇ ਰੁੱਖਾਂ ਨੂੰ ਸਾਫ਼ ਕਰ ਦਿੱਤਾ ਗਿਆ। ਛੇਤੀ ਹੀ ਭਾਰਤ ਤੋਂ ਵੱਡੇ ਪੱਧਰ 'ਤੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ। ਸਮੁੰਦਰੀ ਜਹਾਜ਼ ਦੇ ਰਾਹੀਂ ਸਮਾਨ ਇੰਗਲੈਂਡ ਤੋਂ ਭਾਰਤ ਵਿੱਚ ਆਉਂਦਾ ਸੀ ਅਤੇ ਭਾਰਤ ਤੋਂ ਇੰਗਲੈਂਡ 'ਚ ਜਾਂਦਾ ਸੀ। ਇਸ ਕਰਕੇ ਸਮੁੰਦਰੀ ਜਹਾਜ਼ਾਂ ਦੀ ਜ਼ਿਆਦਾ ਲੋੜ ਪੈ ਗਈ ਅਤੇ ਜ਼ਿਆਦਾ ਲੋੜ ਪੈਣ ਕਰਕੇ ਲੱਕੜ ਦੇ ਕਿਉਂਕਿ ਜਹਾਜ਼ ਹੁੰਦੇ ਸੀਗੇ ਅਤੇ ਉਹਦੇ ਵਾਸਤੇ ਮਜ਼ਬੂਤ ਲੱਕੜ ਚਾਹੀਦੀ ਸੀ, ਜੋ ਕਿ ਟੀਕ ਅਤੇ ਸਾਲ ਨਾਂ ਦੇ ਦਰੱਖਤ ਹੈਗੇ ਉਹਨਾਂ ਤੋਂ ਮਿਲਦੀ ਸੀ। ਬਾਕੀ ਦਰੱਖਤਾਂ ਨੂੰ ਵੱਢ ਕੇ ਉਹਨਾਂ ਦੀ ਥਾਂ 'ਤੇ ਇਹ ਦਰੱਖਤ ਲਾਏ ਜਾਣ ਲੱਗੇ। ਤੀਸਰਾ ਹੈ ਜੀ ਖੇਤੀਬਾੜੀ ਦਾ ਵਿਸਤਾਰ। 1600 ਈਸਵੀ ਵਿੱਚ ਭਾਰਤ ਦਾ ਲਗਭਗ 116 ਭੂ-ਭਾਗ ਖੇਤੀਬਾੜੀ ਦੇ ਅਧੀਨ ਸੀ, ਪਰ ਜਨਸੰਖਿਆ ਵੱਸਣ ਦੇ ਨਾਲ ਨਾਲ ਖਾਦ ਅਨਾਜ ਦੀ ਮੰਗ ਵਧਣ ਲੱਗੀ। ਇਸ ਲਈ ਕਿਸਾਨ ਖੇਤੀਬਾੜੀ ਖੇਤਰ ਦਾ ਵਿਸਤਾਰ ਕਰਨ ਲੱਗੇ। ਇਸ ਦੇ ਲਈ ਜੰਗਲਾਂ ਨੂੰ ਸਾਫ਼ ਕਰਕੇ ਨਵੇਂ ਖੇਤ ਬਣਾਏ ਜਾਣ ਲੱਗੇ। ਇਸ ਤੋਂ ਇਲਾਵਾ ਬ੍ਰਿਟਿਸ਼ ਅਧਿਕਾਰੀ ਆਰੰਭ ਵਿੱਚ ਇਹ ਸੋਚਦੇ ਸਨ ਕਿ ਜੰਗਲ ਧਰਤੀ ਦੀ ਸ਼ੋਭਾ ਵਿਗਾੜਦੇ ਹਨ, ਇਸ ਲਈ ਇਹਨਾਂ ਨੂੰ ਕੱਟ ਕੇ ਖੇਤੀਬਾੜੀ ਭੂਮੀ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਯੂਰਪ ਦੇ ਸ਼ਹਿਰੀ ਜਨਸੰਖਿਆ ਲਈ ਭੋਜਨ ਅਤੇ ਕਾਰਖਾਨਿਆਂ ਲਈ ਕੱਚਾ ਮਾਲ ਪ੍ਰਾਪਤ ਕੀਤਾ ਜਾ ਸਕੇ। ਖੇਤੀਬਾੜੀ ਦੇ ਵਿਸਤਾਰ ਨਾਲ ਸਰਕਾਰ ਦੀ ਆਮਦਨ ਵੀ ਵੱਧ ਸਕਦੀ ਸੀ। ਸਿੱਟੇ ਵਜੋਂ 1880 ਈਸਵੀ 1920 ਈਸਵੀ 1880 ਈਸਵੀ ਤੋਂ 1920 ਈਸਵੀ ਤੱਕ 67 ਲੱਖ ਹੈਕਟੇਅਰ ਖੇਤੀ ਖੇਤਰ ਦਾ ਵਿਸਤਾਰ ਹੋਇਆ। ਇਸ ਦਾ ਸਭ ਤੋਂ ਬੁਰਾ ਪ੍ਰਭਾਵ ਜੰਗਲਾਂ 'ਤੇ ਪਿਆ, ਯਾਨੀ ਜੰਗਲਾਂ ਨੂੰ ਕੱਟ ਕੇ ਦਰੱਖਤਾਂ ਨੂੰ ਕੱਟ ਕੇ ਖੇਤੀਯੋਗ ਜ਼ਮੀਨ ਜਿਹੜੀ ਤਿਆਰ ਕੀਤੀ ਗਈ ਸੀ। ਅੱਗੇ ਵਪਾਰਕ ਖੇਤੀ। ਵਪਾਰਕ ਖੇਤੀ ਤੋਂ ਭਾਵ ਨਕਦੀ ਫਸਲਾਂ ਉਗਾਉਣ ਤੋਂ ਹੈ। ਇਹਨਾਂ ਫਸਲਾਂ ਵਿੱਚ ਜੂਟ, ਪਟਸਨ, ਗੰਨਾ, ਕਣਕ, ਕਪਾਹ ਆਦਿ ਸ਼ਾਮਲ ਸਨ। ਇਹਨਾਂ ਫਸਲਾਂ ਦੀ ਮੰਗ 19ਵੀਂ ਸਦੀ ਵਿੱਚ ਵਧੀ। ਇਹ ਸ਼ਾਸਕਾਂ ਨੇ ਜੰਗਲਾਂ ਦੇ ਨਿਯੰਤਰਣ ਕਾਇਮ ਕਰ ਲਿਆ ਅਤੇ ਜੰਗਲਾਂ ਨੂੰ ਕੱਟ ਕੇ ਵਿਸ਼ਾਲ ਭੂ-ਭਾਗ ਬਾਗਾਨ ਵਿੱਚ ਬਦਲ ਦਿੱਤੇ। ਫਸਲਾਂ ਉਗਾਉਣ ਲਈ ਜੰਗਲਾਂ ਦਾ ਵਿਨਾਸ਼ ਕਰਕੇ ਨਵੀਆਂ ਭੂਮੀਆਂ ਪ੍ਰਾਪਤ ਕੀਤੀਆਂ ਗਈਆਂ। ਅੱਗੇ ਚਾਹ, ਕਾਫੀ ਦੇ ਬਾਗਾਨ। ਯੂਰਪ ਵਿੱਚ ਚਾਹ ਅਤੇ ਕਾਫੀ ਦੀ ਮੰਗ ਵੱਧਦੀ ਜਾ ਰਹੀ ਸੀ, ਇਸ ਲਈ ਬਸਤੀਵਾਦੀ ਸ਼ਾਸਕਾਂ ਨੇ ਜੰਗਲਾਂ ਦੇ ਨਿਰੰਤਰ ਅਧਿਕਾਰ ਕਾਇਮ ਕਰ ਲਿਆ ਅਤੇ ਜੰਗਲਾਂ ਨੂੰ ਕੱਟ ਕੇ ਉਹ ਬਾਗਾਨ ਮਾਲਕਾਂ ਨੂੰ ਸਸਤੇ ਮੁੱਲਾਂ 'ਤੇ ਵੇਚ ਦਿੱਤਾ। ਇਹਨਾਂ ਭੂ-ਭਾਗਾਂ 'ਤੇ ਚਾਹ ਅਤੇ ਕਾਫੀ ਦੇ ਬਾਗ ਲਗਾਏ ਗਏ। 6ਵਾਂ ਆਦੀਵਾਸੀ ਅਤੇ ਕਿਸਾਨ। ਆਦੀਵਾਸੀ ਅਤੇ ਹੋਰ ਛੋਟੇ ਕਿਸਾਨ ਆਪਣੀਆਂ ਝੋਪੜੀਆਂ ਬਣਾਉਣ ਅਤੇ ਈਂਧਣ ਲਈ ਰੁੱਖਾਂ ਨੂੰ ਕੱਟਦੇ ਸਨ। ਉਹ ਕੁਝ ਰੁੱਖਾਂ ਦੀ ਜੜ੍ਹਾਂ ਅਤੇ ਕੰਦਮੂਲ ਆਦਿ ਦੀ ਵਰਤੋਂ ਭੋਜਨ ਦੇ ਤੌਰ 'ਤੇ ਵੀ ਕਰਦੇ ਹਨ, ਇਸ ਕਰਕੇ ਵੀ ਜੰਗਲਾਂ ਦਾ ਨਾਸ਼ ਹੋਇਆ। ਅਗਲਾ ਪ੍ਰਸ਼ਨ ਹੈ ਆਪਣਾ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਇੰਨ ਭਿੰਨ ਸ਼ਬਦਾਂ ਵਿੱਚ ਲਿਖੋ। ਉੱਤਰ, ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਦੇ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ, ਵਿਚਾਰ ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਦੇ ਲਈ ਅਤੇ ਉਹਨਾਂ ਸਭ ਵਿੱਚ ਵਿਅਕਤੀਆਂ ਦੀ ਗਰਿਮਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲੀ ਬੰਧੁਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26/11/1949 ਈਸਵੀ ਨੂੰ ਇਹਦੇ ਵੱਲੋਂ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ ਸਮਰਪਿਤ ਕਰਦੇ ਹਾਂ। ਇਹ ਬੱਚਿਓ ਸੰਵਿਧਾਨ ਦੀ ਪ੍ਰਸਤਾਵਨਾ ਆ। ਪ੍ਰਸਤਾਵਨਾ ਕੀ ਹੈ? ਸੰਵਿਧਾਨ ਜਦੋਂ ਸ਼ੁਰੂ ਹੁੰਦਾ ਆ ਉਦੋਂ ਤੁਸੀਂ ਕਿਤਾਬ ਨੂੰ ਖੋਲ੍ਹਦੇ ਹਾਂ ਤਾਂ ਪਹਿਲੇ ਪੇਜ 'ਤੇ ਇਹ ਲਿਖਿਆ ਹੋਇਆ ਵੀ ਸੰਵਿਧਾਨ ਜੋ ਅਸੀਂ ਪੜ੍ਹਨਾ ਆ ਉਹਦੇ ਵਿੱਚ ਕੀ ਕੁਛ ਸ਼ਾਮਲ ਹੈਗਾ। ਅਸਲ 'ਚ ਸ਼ਬਦ ਇੰਗਲਿਸ਼ ਦੇ ਵਿੱਚ ਹਨ, ਉਹਨਾਂ ਨੂੰ ਟਰਾਂਸਲੇਟ ਕਰਕੇ ਐਜ਼ ਇਟ ਇਜ਼ ਇਹਦੀ ਇੱਦਾਂ ਪੰਜਾਬੀ 'ਚ ਲਿਖਿਆ ਗਿਆ, ਇਸ ਕਰਕੇ ਔਖੇ ਲੱਗਦੇ ਆ। ਪਰ ਇਹਨਾਂ ਸ਼ਬਦਾਂ ਨੂੰ ਜੇਕਰ ਅਸੀਂ ਧਿਆਨ ਨਾਲ ਸਮਝਾਂਗੇ ਤਾਂ ਸਾਨੂੰ ਸਾਰਾ ਪਤਾ ਲੱਗ ਜਾਏਗਾ ਵੀ ਸੰਵਿਧਾਨ ਜਿਹੜਾ ਸਾਡਾ ਉਹ ਕਿਸ ਉਦੇਸ਼ ਦੀ ਗੱਲ ਕਰਦਾ, ਵੀ ਉਹ ਕਿਹੋ ਜਿਹਾ ਦੇਸ਼ ਬਣਾਉਣਾ ਚਾਹੁੰਦਾ ਆ। ਸੋ ਇਹ ਸੀ ਸਾਡੀ ਅੱਜ ਦੀ 3 ਅਕਤੂਬਰ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ। ਅਤੇ ਇਹਦੇ ਵਿੱਚ ਹੋਰ ਵੀ ਪ੍ਰਸ਼ਨ ਜਿਹੜੇ ਬਹੁਤ ਜ਼ਰੂਰੀ ਸੀ, ਜਿਹੜੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਪੇਪਰਾਂ 'ਚ ਆਉਣਗੇ, ਉਹ ਵੀ ਆਪਾਂ ਨਾਲ ਐਡ ਕਰ ਲਏ ਆ। ਆਸ ਹੈ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ ਅਤੇ ਤੁਸੀਂ ਉਹਨਾਂ ਨੂੰ ਕਾਪੀ 'ਤੇ ਨੋਟ ਕਰ ਲਓਗੇ। ਧੰਨਵਾਦ।